ਕਿ ਉਹ ਤਾਂ ਆਪਾਂ ਸਟੇ ਲੈ ਲਾਂਗੇ। ਉਹਨਾਂ ਨੂੰ ਕੁਛ ਨਹੀਂ ਜੀ, ਹੈ ਉਹਨਾਂ ਕੁਛ ਨਹੀਂ। ਉਹ ਤਾਂ ਪੇਸ਼ ਕੀਤੀਆਂ ਜਾ ਰਹੀਆਂ ਸੀ ਪਿਛਲੇ ਕਾਫੀ ਸਮੇਂ ਤੋਂ, ਜਿਸ ਨੂੰ ਦੇਖਦੇ ਹੋਏ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਐਸੋਸੀਏਸ਼ਨ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਮੇਰੇ ਪ੍ਰੈਸ ਤੋਂ ਮੇਰੇ ਵੀਰ ਆਏ ਆ। ਇੰਨੀ ਠੰਡ ਦੇ ਬਾਵਜੂਦ, ਇੰਨੀ ਧੁੰਦ ਦੇ ਬਾਵਜੂਦ ਵੀ ਸਾਡੀ ਇਹ ਆਵਾਜ਼ ਗਵਰਨਮੈਂਟ ਤੱਕ ਪਹੁੰਚਾਉਣ ਵਾਸਤੇ ਆਏ ਆ। ਇਹ ਸੱਚਾਈ ਦਾ ਪਿੱਲਰ ਪ੍ਰੈਸ ਨੂੰ ਆਪਣੀ ਪੰਜਾਬ ਵਿੱਚ ਸਪੈਸ਼ਲੀ ਸੱਚਾਈ ਦਾ ਪਿੱਲਰ ਕਿਹਾ ਗਿਆ ਹੈ। ਸਾਡੀ ਸੱਚਾਈ, ਸਾਡੀ ਆਵਾਜ਼ ਗਵਰਨਮੈਂਟ ਤੱਕ ਪਹੁੰਚਾ ਦਿਓ। ਬਹੁਤ ਧੰਨਵਾਦ ਤੁਹਾਡਾ ਜੀ। ਮੈਂ ਗੱਲ ਕਰਨੀ ਚਾਹੁੰਦਾ ਜੀ ਵੀ ਪੰਜਾਬ 'ਚ ਇੰਡਸਟਰੀ ਜਿਹੜੀ ਆ ਆਲਰੇਡੀ ਖਤਮ ਹੋ ਚੁੱਕੀ ਆ। ਟੈਕਸਟਾਈਲ ਇੰਡਸਟਰੀ ਅੰਮ੍ਰਿਤਸਰ 'ਚ ਖਤਮ ਹੋ ਗਈ ਆ। ਹੌਜ਼ਰੀ ਇੰਡਸਟਰੀ ਲੁਧਿਆਣੇ 'ਚ ਖਤਮ ਹੋ ਗਈ ਆ। ਬਾਕੀ ਜੇ ਕੋਈ ਇੰਡਸਟਰੀ ਹੈਗੀ ਆ, ਚਾਹੇ ਉਹ ਫਗਵਾੜੇ 'ਚ ਸੀਗੀ, ਚਾਹੇ ਗੁਰਾਇਆਂ 'ਚ ਸੀਗੀ, ਗੋਬਿੰਦਗੜ੍ਹ 'ਚ ਸੀਗੀ, ਕਾਫੀ ਇੰਡਸਟਰੀ ਪੰਜਾਬ 'ਚ ਖਤਮ ਹੋ ਚੁੱਕੀ ਆ। ਪੰਜਾਬ 'ਚ ਗੌਰਮੈਂਟ ਨੇ ਇਹਨਾਂ ਇੰਡਸਟਰੀਜ਼ ਨੂੰ ਕੋਈ ਰਿਲੈਕਸੇਸ਼ਨ ਨਹੀਂ ਦਿੱਤੀ, ਚਾਹੇ ਕੋਵਿਡ ਕਹਿ ਲਓ, ਚਾਹੇ ਕੋਈ ਹੋਰ ਬਹਾਨਾ ਲਾ ਲਓ, ਕੋਈ ਰਿਲੈਕਸੇਸ਼ਨ ਨਹੀਂ ਦਿੱਤੀ। ਇੱਕੋ ਇੱਕ ਇੰਡਸਟਰੀ ਸਾਡੇ ਪੰਜਾਬ ਵਿੱਚ ਬਚਦੀ ਹੈ ਜਿਹੜੀ ਅਸੀਂ ਬੜੀ ਮੁਸ਼ਕਲ ਨਾਲ ਸਰਵਾਈਵ ਕਰਕੇ ਇੱਥੇ ਤੱਕ ਆਏ ਹਾਂ, ਉਹ ਹੈਗੀ ਸਾਡੀ ਆਇਲਸ ਤੇ ਸਟੱਡੀ ਵੀਜ਼ਾ ਵਾਲੀ ਇੰਡਸਟਰੀ। ਪੰਜਾਬ ਦੀਆਂ ਗੌਰਮੈਂਟਾਂ ਨੇ ਸਾਨੂੰ ਅੱਜ ਤੱਕ ਲੁੱਟਿਆ, ਚਾਹੇ ਬਾਦਲ ਸਰਕਾਰ ਸੀਗੀ, ਚਾਹੇ ਕੋਈ ਕਾਂਗਰਸ ਸਰਕਾਰ ਸੀਗੀ, ਅੱਜ ਤੱਕ ਸਾਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਆ। ਸਾਡੇ ਕੋਲ ਮੋਟੀਆਂ-ਮੋਟੀਆਂ ਫੀਸਾਂ ਲੈ ਕੇ ਸਾਨੂੰ ਲਾਇਸੈਂਸ ਦਿੱਤੇ ਗਏ ਆ। ਕਿੱਥੇ ਬਾਦਲ ਸਰਕਾਰ ਨੇ ਗੱਲ ਕੀਤੀ ਸੀ ਜਦੋਂ ਇਹ ਲਾਇਸੈਂਸ 2013 'ਚ ਮੈਂ ਲੈ ਕੇ ਚੱਲਿਆ ਜੀ ਤੁਹਾਨੂੰ। 2013 ਵਿੱਚ ਜਦੋਂ ਸਾਨੂੰ ਲਾਇਸੈਂਸ ਇਸ਼ੂ ਕਰਨੇ ਸੀ ਤਾਂ ਸਾਨੂੰ ਕਿਹਾ ਗਿਆ ਸੀ ਜੀ 5 ਲੱਖ ਰੁਪਈਆ ਏਜੰਟਾਂ ਕੋਲ ਫੀਸ ਲੈਣੀ ਹੈ ਲਾਇਸੈਂਸ ਦੀ। ਕਿਹੜਾ ਇਦਾਂ ਦਾ ਲਾਇਸੈਂਸ ਸਾਨੂੰ ਤੋਪ ਦਾ ਲਾਇਸੈਂਸ ਦੇਣ ਲੱਗੇ ਸੀ ਵੀ ਜਿਹੜੀ ਸਾਡੇ ਕੋਲ 5 ਲੱਖ ਰੁਪਏ ਫੀਸ ਲੈਣੀ ਸੀਗੀ। ਠੀਕ ਹੈ ਜੀ। ਬੜੀਆਂ ਮੁਸ਼ਕਲਾਂ ਨਾਲ ਬੜੀਆਂ ਮੀਟਿੰਗਾਂ ਕੀਤੀਆਂ ਸਰਕਾਰ ਨਾਲ, ਗਵਰਨਮੈਂਟ ਨਾਲ, ਤੇ ਫਿਰ ਸਾਡੀ ਫੀਸ ਲੱਖ ਰੁਪਈਆ ਕੀਤੀ ਗਈ ਜੀ। ਉਸ ਤੋਂ ਇਲਾਵਾ ਸਾਡੇ ਤੇ ਕਈ ਇਦਾਂ ਦੀਆਂ ਇਹਨਾਂ ਨੇ ਮਤਲਬ ਉਹਦੇ ਵਿੱਚ ਕਲੌਜ਼ਸ ਇਦਾਂ ਦੇ ਸੀਗੇ ਵੀ ਜਿਹੜੇ ਬਿਲਕੁਲ ਸਾਡੇ ਖਿਲਾਫ ਜਾਂਦੇ ਸੀ। ਉਹਨੂੰ ਵੀ ਅਸੀਂ ਕੋਸ਼ਿਸ਼ ਕੀਤੀ ਸਰਕਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਉਹਦੇ 'ਚ ਅਮੈਂਡਮੈਂਟ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਈਵਨ ਜਿਹੜਾ ਲਾਇਸੈਂਸ ਦਾ ਨਾਮ ਇਹ ਸੀਗਾ ਉਹ ਵੀ ਹਿਊਮਨ ਸਮਗਲਿੰਗ ਐਕਟ ਸੀਗਾ। ਲਾਇਸੈਂਸ ਦਾ ਨਾਮ ਵੀ ਚੇਂਜ ਕਰਵਾਇਆ, ਉਹ ਟਰੈਵਲ ਰੈਗੂਲੇਸ਼ਨ ਐਕਟ ਕਰਵਾਇਆ ਗਿਆ। ਉਹ ਵੀ ਸਾਡੇ ਸਾਰੀ ਐਸੋਸੀਏਸ਼ਨ ਦੇ ਮੈਂਬਰਾਂ ਦੀ ਦੇਣ ਸੀਗੀ। ਅਸੀਂ ਸਰਕਾਰ ਨਾਲ ਰੈਗੂਲੇਟ ਹੋ ਕੇ ਸਰਕਾਰ ਦੇ ਨਿਯਮਾਂ 'ਚ ਰਹਿ ਕੇ ਕੰਮ ਕਰਨੇ ਨੂੰ ਤਿਆਰ ਹਾਂ। ਸਰਕਾਰ ਕੀ ਕਰ ਰਹੀ ਆ? ਇੰਡਸਟਰੀਆਂ ਬੰਦ ਹੋ ਰਹੀਆਂ, ਜਿਹੜੀ ਮਾੜੀ ਮੋਟੀ ਇੰਡਸਟਰੀ ਚੱਲਦੀ ਆ ਉਹਨੂੰ ਵੀ ਹੜੱਪਣ ਦੀ ਕੋਸ਼ਿਸ਼ ਕੀਤੀ ਆ। ਪਿੱਛੇ ਜੇ ਬਿਆਨ ਆਇਆ ਜੀ ਫਗਵਾੜੇ 'ਚ ਇੱਕ ਯੂਨੀਵਰਸਿਟੀ ਵਿੱਚ CM ਸਾਹਿਬ ਨੇ ਬਿਆਨ ਦਿੱਤਾ ਜੀ ਬਈ ਆਇਲਸ ਦੀ ਜਿਹੜੀ ਅਸੀਂ ਗੌਰਮੈਂਟ ਹੀ ਆਇਲਸ ਕਰਾਏਗੀ, ਗੌਰਮੈਂਟ ਹੀ ਸਟੱਡੀ ਵੀਜ਼ਾ ਕਰਾਏਗੀ। ਭਾਈ ਤੁਸੀਂ ਮੈਂ ਇਹਨਾਂ ਨੂੰ ਗੌਰਮੈਂਟਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੀ ਸਾਡੀ ਇੰਡਸਟਰੀ ਪਹਿਲਾਂ ਬੰਦ ਹੋ ਚੁੱਕੀ ਆ, ਪਹਿਲਾਂ ਉਹਨੂੰ ਥੋੜ੍ਹਾ ਜਿਹਾ ਚੁੱਕਣ ਦੀ ਕੋਸ਼ਿਸ਼ ਕਰੋ। ਅੱਗੇ ਹੀ ਬੇਰੁਜ਼ਗਾਰੀ ਬਹੁਤ ਪੰਜਾਬ 'ਚ ਵੱਧ ਚੁੱਕੀ ਆ। ਅਸੀਂ ਜਿਹੜੇ ਲੋਕ ਆ ਅਸੀਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਮਰੀਤ ਸਿੰਘ ਖੁਰਾਨਾ ਹੈ ਤੇ ਮੈਂ ਮੋਹਾਲੀ ਤੋਂ ਰਿਪਰੈਜ਼ੈਂਟ ਕਰ ਰਿਹਾ ਹਾਂ ਆਇਲਸ ਦੀ ਇਮੀਗ੍ਰੇਸ਼ਨ ਸੈਂਟਰਸ ਨੂੰ। ਅੱਜ ਇਹ ਸਾਰੀ ਅਸੀਂ ਇੱਥੇ ਮੀਟਿੰਗ ਬੁਲਾਈ ਹੈ ਉਹਨਾਂ ਸਾਰਿਆਂ ਯੂਨਾਈਟਿਡ ਫਰੰਟ ਇਕੱਠੇ ਹੋ ਕੇ। ਇਹ ਕਿਹਾ ਜਾਂਦਾ ਹੈ ਕਿ ਜਦੋਂ ਘਰ ਦੇ ਵਿੱਚ ਵੀ ਕੋਈ ਮਦਰ ਜਾਂ ਕੋਈ ਫਾਦਰ ਆਪਣੀ ਆਵਾਜ਼ ਨਹੀਂ ਸੁਣਦਾ ਤਾਂ ਬੱਚੇ ਨੂੰ ਵੀ ਰੋ ਕੇ ਆਪਣੀ ਆਵਾਜ਼ ਸੁਣਾਉਣੀ ਪੈਂਦੀ ਹੈ। ਤੇ ਸਾਡੀ ਕੋਸ਼ਿਸ਼ ਹੈ ਸਾਡੀ ਆਪਣੀ ਸਰਕਾਰ ਨੂੰ ਸਾਡੀ ਇਹ ਗੱਲ ਸੁਣਾਉਣ ਦੇ ਵਾਸਤੇ ਕਿ ਸਾਨੂੰ ਆਇਲਸ ਤੇ ਬਾਕੀ ਸਾਰੇ ਸੈਂਟਰਸ ਨੂੰ ਇਸ ਕੋਵਿਡ ਦੇ ਕਰਕੇ ਬੰਦ ਨਾ ਕੀਤਾ ਜਾਵੇ ਤੇ ਸਾਨੂੰ ਕੋਚਿੰਗ ਸੈਂਟਰ ਤੋਂ ਬਿਲਕੁਲ ਅਲੱਗ ਸਿੱਖਿਆ ਜਾਵੇ, ਸਮਝਿਆ ਜਾਵੇ। ਅਸੀਂ ਸਕੂਲੀ ਪੜ੍ਹਾਈ ਤੋਂ ਬਿਲਕੁਲ ਅਲੱਗ ਹਾਂ। ਸਾਡਾ ਜੋ ਸਾਰਾ ਕੋਰਸ ਹੈ ਉਹ ਖਾਲੀ 4 ਹਫ਼ਤੇ ਤੋਂ ਲੈ ਕੇ 6 ਹਫ਼ਤੇ ਤੱਕ ਦਾ ਕੋਰਸ ਚੱਲਦਾ ਹੈ, ਜਿਸ ਕਰਕੇ ਕੋਈ ਵੀ ਸਕੂਲ ਦੇ ਵਿੱਚ ਅਗਰ ਕੋਈ ਵੀ ਮੰਨ ਲਓ ਕੋਈ ਲੋਕਡਾਊਨ ਦਾ ਸਿਨੈਰੀਓ ਹੁੰਦਾ ਤਾਂ ਕੋਈ ਬੱਚਾ ਸਕੂਲ ਛੱਡ ਕੇ ਨਹੀਂ ਜਾਂਦਾ। ਸਾਡੇ ਆਪਣੇ ਬੱਚੇ ਵੀ ਸਕੂਲਾਂ ਵਿੱਚ ਪੜ੍ਹਦੇ ਹਨ, ਅਸੀਂ ਉਹਨਾਂ ਨੂੰ ਆਪਣੀ ਪੜ੍ਹਾਈ ਨਹੀਂ ਛੁਡਾਈ, ਲੇਕਿਨ ਸਾਡਾ ਕੋਰਸ ਬੜਾ ਸ਼ਾਰਟ ਟਰਮ ਕੋਰਸ ਹੁੰਦਾ ਹੈ। ਪਲੱਸ ਅਸੀਂ ਆਪਣੇ ਬੱਚਿਆਂ ਨੂੰ ਆਨਲਾਈਨ ਟੀਚਿੰਗ ਆਇਲਸ ਦੇ ਵਿੱਚ ਪ੍ਰੋਵਾਈਡ ਨਹੀਂ ਕਰਵਾ ਸਕਦੇ ਬਿਕੋਜ਼ ਸਾਡੇ ਜੋ ਮੋਡਿਊਲਸ ਨੇ ਉਹ ਸਾਡੇ ਛੋਟੇ ਕਲਾਸਰੂਮ ਦੇ ਵਿੱਚ ਸੰਭਵ ਹੁੰਦੇ ਨੇ ਬਿਕੋਜ਼ ਆਇਲਸ ਬੇਸਿਕਲੀ ਇੱਕ ਸਕਿੱਲ ਬੇਸਡ ਟ੍ਰੇਨਿੰਗ ਹੁੰਦੀ ਹੈ ਇੰਗਲਿਸ਼ ਲੈਂਗੁਏਜ ਦੀ। ਤਾਂ ਇਹ ਬੜੀ ਸਾਡੇ 'ਤੇ ਮਾਰ ਹੈ। ਇਹ ਲੋਕਡਾਊਨ ਦੇ ਵਿੱਚ ਜਦੋਂ ਵੀ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਪਣਾ ਬੰਦ ਕਰ ਦਿਓ ਕੰਮ, ਤਾਂ ਸਾਨੂੰ ਇੱਕਦਮ ਆਪਣੇ ਪੂਰੇ ਸਟਾਫ ਨੂੰ ਕਹਿਣਾ ਕਿ ਕੱਲ੍ਹ ਤੋਂ ਤੁਸੀਂ ਆਪਣੇ ਆਫਿਸ ਦੇ ਵਿੱਚ ਨਹੀਂ ਆਉਣਾ, ਕੰਮ ਨਹੀਂ ਕਰਨਾ। ਇਹ ਐਡੀ ਵੱਡੀ ਮਾਰ ਪੈਂਦੀ ਹੈ ਉਹਨਾਂ ਸਾਰਿਆਂ ਨੂੰ। ਐਡੀ ਵੱਡੀ ਸੰਸਥਾ ਦੇ ਨਾਲ ਸਾਡੇ ਨਾਲ ਜੁੜੇ ਹੋਏ ਟੀਚਰਸ ਹੁੰਦੇ ਨੇ, ਖਾਸ ਤੌਰ 'ਤੇ ਫੀਮੇਲ। ਸਾਡੇ ਸਾਰੇ ਟੀਚਰਸ ਸਭ ਤੋਂ ਵੱਡੀ ਇੰਪਲੋਇਮੈਂਟ ਸ਼ਾਇਦ ਅਸੀਂ ਹੀ ਦਿੰਦੇ ਹਾਂ, ਇਸ ਇੰਡਸਟਰੀ ਫੀਮੇਲ ਨੂੰ ਪ੍ਰੋਵਾਈਡ ਕਰਦੀ ਹੈ। ਉਹਨਾਂ ਸਭ ਨੂੰ ਕਹਿ ਦੇਣਾ 3 ਲੱਖ ਪਰਿਵਾਰਾਂ ਨੂੰ, ਆਲਮੋਸਟ ਕੋਈ 2-2.5 ਲੱਖ ਪਰਿਵਾਰ ਸਾਡੇ ਨਾਲ ਕੰਮ ਕਰਦੇ ਨੇ। ਉਹਨਾਂ ਸਭ ਨੂੰ ਕਹਿਣਾ ਕਿ ਕੱਲ੍ਹ ਤੋਂ ਘਰ ਨਹੀਂ ਆਉਣਾ ਤੁਸੀਂ, ਤੇ ਘਰ ਬੈਠੇ ਰਹੋ ਤੇ ਘਰੋਂ ਬੈਠ ਕੇ ਕੁਛ ਕਰੋ, ਪਰ ਇਹ ਪੋਸੀਬਲ ਨਹੀਂ ਹੁੰਦਾ। ਇਸ ਕਰਕੇ ਸਾਡੀ ਸਰਕਾਰ ਨੂੰ ਸਾਰਿਆਂ ਵੱਲੋਂ ਬੇਨਤੀ ਹੈ ਕਿ ਸਾਨੂੰ ਇਮੀਡੀਏਟਲੀ ਖੋਲ੍ਹਣ ਦੀ ਜੋ ਵੀ ਪ੍ਰੋਟੋਕੋਲਸ ਨੇ ਅਸੀਂ ਫੋਲੋ ਕਰਕੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਦੂਸਰਾ ਮੁੱਦਾ ਸਾਡਾ ਮੇਨ ਇਹ ਹੈ ਕਿ ਪੰਜਾਬ ਸਰਕਾਰ ਚੰਨੀ ਸਾਹਿਬ ਦਾ ਜੋ ਬਿਆਨ ਹੈ ਕਿ ਅਸੀਂ ITI ਸੈਂਟਰ ਦੇ ਵਿੱਚ ਵੀ ਆਪਣੇ ਆਇਲਸ ਸੈਂਟਰ ਪੜ੍ਹਾਵਾਂਗੇ ਤੇ ਫ੍ਰੀ ਕੋਚਿੰਗ ਪ੍ਰੋਵਾਈਡ ਕਰਾਂਗੇ ਸਟੂਡੈਂਟਸ ਨੂੰ। ਤਾਂ ਬੇਸਿਕਲੀ ਜੋ ਅਸੀਂ ਹੁਣ ਤੱਕ ਸੁਣਦੇ ਆਏ ਹਾਂ ਕਿ ITI ਦਾ ਮਤਲਬ ਹੈ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟਸ।
ਤਾਂ ਬੇਸਿਕਲੀ ਉਹ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਂਦੀ ਹੈ ਜੋ ਬਾਅਦ ਦੇ ਵਿੱਚ ਇੰਡਸਟਰੀਜ਼ ਨੂੰ ਜਾ ਕੇ ਕੋਈ ਵੀ ਇੱਕ ਸਟੂਡੈਂਟ ਹੈ ਉਹਨੂੰ ਜੁਆਇਨ ਕਰ ਸਕਦਾ ਹੈ। ਲੇਕਿਨ ਆਈਲੈਟਸ ਇਜ਼ ਨਾਟ ਇੰਡਸਟਰੀਅਲ ਟ੍ਰੇਨਿੰਗ। ਤੋ ਆਇਲਸ ਸੈਂਟਰ ਦਾ ਇੰਡਸਟਰੀਅਲ ਟ੍ਰੇਨਿੰਗ ਵਿੱਚ ਖੋਲ੍ਹਿਆ ਜਾਣਾ ਸਾਡੇ ਬਿਜ਼ਨਸ 'ਤੇ ਬੜਾ ਵੱਡਾ ਮਾਰ ਹੈ। ਅਸੀਂ ਹਰੇਕ ਜਗ੍ਹਾ 'ਤੇ ਜਾ ਕੇ ਸਰਕਾਰ ਤੋਂ ਆਪਣੇ ਲਾਇਸੈਂਸ ਲਏ ਨੇ। ਸਾਡਾ ਬੈਕਗਰਾਊਂਡ ਚੈੱਕ ਹੋਣ ਦੇ ਬਾਅਦ ਸਾਨੂੰ ਇਹ ਪੂਰੇ ਦੇ ਪੂਰੇ ਪਰਮਿਸ਼ਨਸ ਗ੍ਰਾਂਟ ਹੋਏ ਨੇ, ਅਤੇ ਜੇ ਸਾਡੇ ਹੀ ਖਿਲਾਫ ਸਰਕਾਰ ਆਪ ਹੀ ਆਪਣਾ ਕੰਮ ਚਲਾਵੇਗੀ ਤਾਂ ਅਸੀਂ ਕਿੱਥੇ ਜਾਵਾਂਗੇ। ਇਹ ਕਿਹਾ ਜਾਂਦਾ ਹੈ ਇੰਗਲਿਸ਼ ਦੇ ਵਿੱਚ ਕਿ ਗਵਰਨਮੈਂਟ ਇਜ਼ ਫॉर द ਪੀਪਲ, ਬਾय द ਪੀਪਲ, ਆਫ द ਪੀਪਲ। ਲੇਕਿਨ ਇਹ ਜੋ ਸਾਰੀਆਂ ਦੀਆਂ ਸਾਰੀਆਂ ਪਾਲਿਸੀਜ਼ ਚੱਲ ਰਹੀਆਂ ਨੇ, ਇਹ ਕੋਈ ਨਾ ਕੋਈ ਉਹਦੇ ਪਿੱਛੇ ਕੋਈ ਇੱਕ ਪ੍ਰਾਈਵੇਟ ਕੋਈ ਸੰਸਥਾ। ਮੇਰੇ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਹੋਏ ਸਾਥੀ ਤੇ ਆਏ ਹੋਏ ਸਾਰੇ ਪ੍ਰੈਸ ਦੇ ਨੁਮਾਇੰਦੇ ਤੇ ਸਾਡੇ ਜਿਹੜੇ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਸਾਰਿਆਂ ਦੇ ਇੱਥੇ ਪਹੁੰਚਣ ਤੇ ਮੈਂ ਮਨਦੀਪ ਖੋਸਾ ਮੈਂ ਸਾਰਿਆਂ ਨੂੰ ਜੀ ਆਇਆਂ ਕਰਨਾ। ਸਭ ਤੋਂ ਪਹਿਲਾਂ ਤਾਂ ਅਸੀਂ ਜੋ ਇਸ ਇੰਡਸਟਰੀ ਨਾਲ ਜੂਝ ਰਹੇ ਹਾਂ, ਮੈਂ ਉਸ ਦੀ ਗੱਲ ਕਰ ਰਿਹਾ ਕਿ ਪਿਛਲੇ 2 ਸਾਲ 2020 ਮਾਰਚ ਤੋਂ ਜਦੋਂ ਵੀ ਲੋਕਡਾਊਨ ਲੱਗਦਾ ਹੈ ਤਾਂ ਸਾਨੂੰ ਹਮੇਸ਼ਾ ਪਹਿਲ ਦੇ ਆਧਾਰ ਤੇ ਬੰਦ ਕਰ ਦਿੱਤਾ ਜਾਂਦਾ ਨਾਲ ਹੀ ਸਕੂਲਾਂ ਨੂੰ, ਜਦ ਕਿ ਸਾਨੂੰ ਜੋ ਲਾਇਸੈਂਸ ਦਿੱਤੇ ਗਏ ਆ ਹੋਰ ਇੰਡਸਟਰੀ ਦੇ ਰਿਲੇਟਡ ਦਿੱਤੇ ਗਏ ਆ ਅਦਰ ਅਦਾਰਿਆਂ ਦੇ ਨਾਲ, ਪਰ ਜਦੋਂ ਬੰਦ ਕਰਨ ਦੀ ਵਾਰੀ ਆਉਂਦੀ ਹੈ, ਲੋਕਡਾਊਨ ਦੀ ਵਾਰੀ ਆਉਂਦੀ ਹੈ ਤਾਂ ਉਦੋਂ ਸਾਨੂੰ ਸਕੂਲਾਂ ਕਾਲਜਾਂ ਨਾਲ ਲਾ ਦਿੱਤਾ ਜਾਂਦਾ। ਸਕੂਲ ਕਾਲਜ ਇੱਕ ਅਤੀ ਸੰਵੇਦਨਸ਼ੀਲ ਏਰੀਆ ਹੁੰਦਾ ਤੇ ਸਾਡੇ ਜਿਹੜੇ ਇੰਸਟੀਚਿਊਟ ਆ ਉਹ ਅਲੱਗ ਕੈਟਾਗਰੀ 'ਚ ਆਉਂਦੇ ਆ। ਸਾਡੇ ਕੋਲ ਜਿਹੜੇ ਵੀ ਬੱਚੇ ਪੜ੍ਹਦੇ ਆ ਉਹ 18 ਸਾਲ ਤੋਂ ਉੱਪਰ ਹੁੰਦੇ ਆ ਔਰ ਉਹ ਚੰਗੀ ਤਰ੍ਹਾਂ ਜਾਣਦੇ ਆ ਕਿ ਜੋ ਵੀ ਕੋਵਿਡ-19 ਦੀਆਂ ਗਾਈਡਲਾਈਨ ਉਹਨਾਂ ਨੂੰ ਕਿੱਦਾਂ ਫੋਲੋ ਕਰਨਾ ਹੈ, ਮਾਸਕ ਲਗਾਉਣਾ ਹੈ, ਸੈਨੀਟਾਈਜ਼ਰ ਲਾਉਣਾ ਹੈ, ਸੋਸ਼ਲ ਡਿਸਟੈਂਸ ਰੱਖਣਾ ਹੈ, ਤੇ ਸਾਡਾ ਸਟਾਫ ਵੀ ਇਹ ਸਾਰੀਆਂ ਚੀਜ਼ਾਂ ਜਾਣਦਾ ਹੈ। ਤਾਂ ਅਸੀਂ ਇਹ ਪੂਰੀ ਪੁਰਜੋਰ ਮੰਗ ਕਰਦੇ ਹਾਂ ਕਿ ਸਾਡਾ ਜੋ ਵੀ ਜਿਸ ਦਿਨ ਸਾਨੂੰ ਲਾਇਸੈਂਸ ਦਿੱਤੇ ਗਏ ਆ ਉਸੇ ਦਿਨ ਹੀ ਸਾਡਾ ਖੋਲ੍ਹਿਆ ਜਾਵੇ, ਪਰ ਜਦੋਂ ਲੋਕਡਾਊਨ ਦੀ ਵਾਰੀ ਆਉਂਦੀ ਹੈ ਉਦੋਂ ਸਾਨੂੰ ਦੂਜੀ ਕੈਟਾਗਰੀ ਵਿੱਚ ਨਾ ਸ਼ਾਮਲ ਕੀਤਾ ਜਾਵੇ। ਤਾਂ ਇਹਨੂੰ ਜਿਵੇਂ ਵੀ ਦੂਜੇ ਅਦਾਰੇ ਚੱਲ ਰਹੇ ਆ ਉਵੇਂ ਸਾਡੇ ਅਦਾਰੇ ਵੀ ਖੋਲ੍ਹਣ ਦੀ ਸਾਨੂੰ ਇਜਾਜ਼ਤ ਦਿੱਤੀ ਜਾਵੇ। ਕੋਵਿਡ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਨੇ, ਤੁਸੀਂ ਕਿੰਨੀ ਕੁ ਪਾਲਣਾ ਕਰਦੇ ਹੋ, ਤੁਸੀਂ ਕੀ ਕਹਿੰਦੇ? ਅਸੀਂ ਉਹਦੀ ਜੀ ਫੁੱਲ 100% ਪਾਲਣਾ ਕਰਦੇ ਹਾਂ। ਸਾਡਾ ਜੋ ਵੀ ਸਟਾਫ ਹੈਗਾ ਸਾਰਾ ਫੁੱਲ ਵੈਕਸੀਨੇਟਡ ਹੈਗਾ। ਸਾਡੇ ਸਾਰਿਆਂ ਦੇ ਆਫਿਸ ਦੇ ਵਿੱਚ ਸੈਨੀਟਾਈਜ਼ਰ, ਹਰ ਸਟਾਫ ਮੈਂਬਰ ਦੇ ਮਾਸਕ, ਤੇ ਸਾਡੇ ਕੋਲੇ ਜੋ ਵੀ ਬੱਚੇ ਆਉਂਦੇ ਆ ਹਰ ਬੱਚਾ ਇਹਨੂੰ ਫੋਲੋ ਕਰਦਾ ਹੈ। ਇਹਨੂੰ ਫੋਲੋ ਕਰਨ ਸੰਬੰਧੀ ਪੰਜਾਬ ਸਰਕਾਰ ਤੋਂ ਕੀ ਮੰਗ ਰੱਖਦੇ ਹੋ? ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਜਦੋਂ ਵੀ ਸਾਨੂੰ ਸਕੂਲਾਂ ਕਾਲਜਾਂ ਲਈ ਕੈਟਾਗਰੀ 'ਚ ਨਾ ਰੱਖਿਆ ਜਾਵੇ, ਸਾਨੂੰ ਅਲੱਗ ਕੈਟਾਗਰੀ 'ਚ ਰੱਖਿਆ ਕਰੇ। ਜਿਸ ਕੈਟਾਗਰੀ ਦੇ ਅੰਡਰ ਸਾਨੂੰ ਲਾਇਸੈਂਸ ਦਿੱਤੇ ਗਏ, ਸਾਨੂੰ ਜਿਸ ਇੰਡਸਟਰੀ ਦੇ ਅੰਡਰ ਸਾਨੂੰ ਲਾਇਸੈਂਸ ਦਿੱਤੇ ਗਏ। ਤੁਸੀਂ ਸਰਕਾਰ ਵੱਲੋਂ ਜਿਹੜੇ ਰੂਲ ਜਾਰੀ ਕੀਤੇ ਗਏ ਤੁਸੀਂ ਉਹਨਾਂ ਦੀ ਪਾਲਣਾ ਕਰੋਗੇ? ਅਸੀਂ ਬਿਲਕੁਲ ਪਾਲਣਾ ਕਰਾਂਗੇ। ਅਸੀਂ ਇਹ ਵੀ ਕਹਿ ਰਹੇ ਹਾਂ ਕਿ ਸਾਨੂੰ ਜੋ ਵੀ ਅਗਰ ਸਰਕਾਰ ਸਾਨੂੰ ਕਵੇ 50% ਗੈਦਰਿੰਗ ਤੇ ਖੋਲੋ, ਅਸੀਂ ਖੋਲ੍ਹਣ ਨੂੰ ਤਿਆਰ ਹਾਂ। ਸਰ ਜੇਕਰ ਬੰਦ ਹੁੰਦੇ ਆ ਤਾਂ ਕਿੰਨਾ ਕੁ ਸਟਾਫ ਇਫੈਕਟਡ ਹੁੰਦਾ ਹੈ? ਵੀ ਬੇਰੁਜ਼ਗਾਰੀ ਸਰਕਾਰ ਕਹਿੰਦੀ ਹੈ ਜੀ ਅਸੀਂ ਨੌਕਰੀਆਂ ਦਿੰਦੇ ਪਰ ਤੁਹਾਡੇ ਰਾਹੀਂ ਬੰਦ ਹੋ ਰਹੇ ਆ। ਕੱਲੇ ਪੰਜਾਬ ਦੇ ਵਿੱਚ 5500 ਲਾਇਸੈਂਸ ਹੋਲਡਰ ਨੇ, ਇਹਦੋਂ ਉੱਪਰ ਹੀ ਨੇ, ਤੇ 2.5 ਲੱਖ ਦੇ ਨੇੜੇ ਪਰਿਵਾਰ ਸਾਡੇ ਨਾਲ ਜੁੜੇ ਹੋਏ ਨੇ। ਪਿਛਲੇ ਸਾਲ ਬਹੁਤ ਜ਼ਿਆਦਾ ਬੰਦਿਆਂ ਨੇ ਆਤਮ ਹੱਤਿਆ ਕੀਤੀਆਂ, ਬਹੁਤ ਜ਼ਿਆਦਾ ਸੈਂਟਰ ਬੰਦ ਹੋਏ ਪਏ ਨੇ, ਜਿਹੜੇ ਮਾਲਕ ਨੇ ਪੂਰੀ ਮੰਦੀ ਦੀ ਮਾਰ ਹਟਾਏ ਹੋਏ ਨੇ। ਤਾਂ ਜਿਹੜਾ ਹੁਣ ਤੀਸਰਾ ਲੋਕਡਾਊਨ ਲੱਗਾ, ਇਹਦੇ ਨਾਲ ਬਿਲਕੁਲ ਸਾਡੀ ਬੱਸ ਹੋਈ ਪਈ ਹੈ। ਤਾਂ ਇਹਦੇ ਨਾਲ ਸਾਡਾ ਧੰਦਾ ਵੀ ਗਾਂ ਅੱਗੇ ਸਾਨੂੰ ਬੰਦ ਕਰ ਦਿੰਦੇ ਆ, ਸਾਡਾ ਧੰਦਾ ਗਾਂ ਅੱਗੇ ਗਲੀਆਂ ਚਲਾ ਜਾਂਦਾ ਹੈ, ਤਾਂ ਉਸ ਨੂੰ ਸਾਨੂੰ ਰਿਕਵਰ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਬਿਲਕੁਲ ਕੁਐਸਚਨ ਵਧੀਆ ਉਹਨਾਂ ਦਾ। ਕਿਤੇ ਨਾ ਕਿਤੇ ਸਾਨੂੰ ਜਿਹੜਾ ਡਰ ਆ, ਰੇਤ ਮਾਫੀਆ ਤੁਸੀਂ ਸੁਣਿਆ, ਠੀਕ ਹੈ ਜੀ, ਸ਼ਰਾਬ ਮਾਫੀਆ ਤੁਸੀਂ ਸੁਣਿਆ, ਤੁਹਾਡੇ ਤੋਂ ਕੋਈ ਓਹਲੇ ਨਹੀਂ। ਲੋਕਤੰਤਰ ਦਾ ਤੀਜਾ ਥੰਮ ਪ੍ਰੈਸ ਸਾਡੇ ਸਾਹਮਣੇ ਖੜੀ ਆ। ਸਰਕਾਰ ਦੀ ਜਿਹੜੀ ਮਨਸ਼ਾ ਹੈਗੀ ਆ ਉਹ ਸਾਡੀ ਇੰਡਸਟਰੀ ਨੂੰ ਕੈਪਚਰ ਕਰਨਾ ਆ। ਤੁਹਾਡਾ ਉਹ ਮਾਫੀਆ ਲਿਆਉਣਾ ਚਾਹੁੰਦੇ ਜੀ। ਇਸ ਤੋਂ ਪਹਿਲਾਂ ਇੱਕ ਇਹਨਾਂ ਨੇ ਸਿਸਟਮ ਬਣਾ ਲਿਆ ਸੀਗਾ ਕਿ ਪੂਰੇ ਪੰਜਾਬ ਦਾ ਠੇਕਾ ਇੱਕ ਹੀ ਬੰਦੇ ਨੂੰ ਦੇ ਦਿਓ, ਉਹ ਬੰਦਾ ਹੀ ਸਾਰੇ ਬੰਦੇ ਬਾਹਰ ਭੇਜੇਗਾ, ਫੋਰਨ ਭੇਜੇਗਾ। ਕਿਤੇ ਨਾ ਕਿਤੇ ਸਰਕਾਰ ਉਹਦੇ 'ਚ ਫੇਲ ਹੋ ਗਈ। ਸੋ ਸਰਕਾਰ ਦਾ ਮੇਨ ਮੋਟਿਵ ਜਿਹੜਾ ਹੈਗਾ ਇਸ ਇੰਡਸਟਰੀ ਨੂੰ ਕੈਪਚਰ ਕਰਨਾ ਹੈ, ਨਾ ਕਿ ਲੋਕਾਂ ਨੂੰ ਫੈਸਿਲਿਟੀਆਂ ਦੇਣਾ। ਇੱਕ ਬੰਦਾ ਜਾ ਰਿਹਾ ਕਿ ਮੈਂ 1000 ਰੁਪਈਆ ਦੇ ਰਿਹਾ, ਇੱਕ ਕਹਿੰਦਾ ਮੈਂ 2 ਦਊਂ, ਇੱਕ ਸਿਲੰਡਰ ਫ੍ਰੀ ਦਿੰਦਾ ਪਿਆ, ਇੱਕ ਕਹਿੰਦਾ ਰਾਮ ਰਾਜ ਲਿਆਉਣਾ, ਇੱਕ ਕਹਿੰਦਾ ਮੈਂ ਰਣਜੀਤ ਸਿੰਘ ਦਾ ਰਾਜ ਲਿਆਉਣਾ। ਭਾਜੀ ਆਪਾਂ ਇੱਥੇ ਪੁਆਇੰਟ ਤੇ ਆਈ ਆ ਨਾ, ਐਗਜ਼ਾਮਪਲ ਤੁਹਾਡੇ ਕੋਲ ਬਹੁਤ, ਸਾਡੇ ਕੋਲ ਬਹੁਤ। ਮੈਂ ਉੱਥੇ ਆ ਗਿਆ ਜੀ। ਭਾਈ ਸਾਹਿਬ ਉਹ ਰਣਜੀਤ ਸਿੰਘ ਦਾ ਰਾਜ ਸੀਗਾ, ਲੋਕ ਬਾਹਰੋਂ ਇੱਥੇ ਜੋਬਾਂ ਕਰਨ ਆਉਂਦੇ ਸੀ ਤੇ ਸਾਡੀ ਸਰਕਾਰ ਕਹਿੰਦੀ ਅਸੀਂ ਇੱਥੋਂ ਵਾਲੇ ਬਾਹਰ ਭੇਜਣੇ। ਤੋ ਸਰਕਾਰ ਨੂੰ ਤੁਸੀਂ ਕਿੰਨਾ ਕੁ ਕਾਮਯਾਬ ਤੁਹਾਡੇ ਕੋਲ ਸਟੱਡੀ ਕਰਦੇ ਨੇ, ਪੜ੍ਹ ਕੇ ਉਹ ਜਾਣਾ ਤਾਂ ਉਹਨਾਂ ਨੇ ਬਾਹਰ ਹੀ ਆ ਨਾ ਜੀ। ਭਾਜੀ ਮੈਂ ਉੱਥੇ ਹੀ ਲਿਆ ਰਿਹਾ ਭਾਜੀ। ਜੇ ਸਰਕਾਰਾਂ ਸਹੀ ਕੰਮ ਕਰਨ ਭਾਜੀ, ਉਰੇ ਬੱਚਿਆਂ ਨੂੰ ਰੁਜ਼ਗਾਰ ਦੇਣ। ਤੁਸੀਂ ਇਹ ਉਮੀਦ ਲਾ ਕੇ ਚੱਲੋ ਵੀ ਜਿਹੜਾ ਸਰਕਾਰ ਸੈਂਟਰ ਖੋਲੂਗੀ ਵਧੀਆ, ਨਹੀਂ ਖੋਲੂਗਾ ਤੁਹਾਡੇ ਹੀ ਚੱਲਣਗੇ। ਸਾਡਾ ਇਹ ਆਪਾਂ ਕਿਉਂ ਸਰਕਾਰ ਰਹੇ? ਤੁਸੀਂ ਇਹ ਦੱਸੋ ਜੀ, ਸਾਡਾ ਸਰਕਾਰ ਨਾਲ ਐਜੂਕੇਸ਼ਨ ਦਾ ਹਾਈ ਹੈ, ਸਰਕਾਰ ਦਾ ਨਹੀਂ ਹੈ। ਸਾਡਾ ਜੀ ਜਿਹੜਾ ਮੋਟਿਵ ਹੈ ਅੱਜ ਪ੍ਰੈਸ ਕਾਨਫਰੰਸ ਦਾ ਇਹੀ ਹੈ ਜੀ
ਕਿਉਂਕਿ ਸਾਨੂੰ ਲਾਇਸੈਂਸ ਮਿਲੇ ਹੋਏ ਆ ਜੀ, ਅਸੀਂ ਲਾਇਸੈਂਸ ਦੀਆਂ ਫੀਸਾਂ ਦਿੱਤੀਆਂ ਬ੍ਰਦਰ। ਜੇ ਅਸੀਂ ਲਾਇਸੈਂਸ ਸਾਨੂੰ ਦਿੱਤੇ ਆ ਤਾਂ ਫਿਰ ਸਰਕਾਰ ਇਹ ਕੰਮ ਕਿੱਦਾਂ ਕਰਾ ਸਕਦੀ ਹੈ? ਜਾਂ ਸਾਡੇ ਲਾਇਸੈਂਸ ਦੀਆਂ ਫੀਸਾਂ ਮਾਫ ਕੀਤੀਆਂ ਜਾਂ ਸਾਨੂੰ ਪੈਸੇ ਵਾਪਸ ਕਰੋ। ਪ੍ਰਾਈਵੇਟ ਸਕੂਲ ਦੀ ਰੂਲਿੰਗ ਹੈ ਹਾਂਜੀ। ਤੇ ਨਾਲ ਸਰਕਾਰੀ ਖੁੱਲ ਕੇ ਤੇ ਉਹਦੇ ਤਾਂ ਮੈਂ ਕਿਹਾ ਕਿੰਤੂ ਪਰੰਤੂ ਹੈ ਹੀ ਨਹੀਂ। ਉਹ ਤਾਂ ਗੱਲ ਉੱਥੇ ਹੈ ਕਿ ਪੇਰੈਂਟਸ ਦੀ ਚੁਆਇਸ ਦੀ ਗੱਲ ਆ ਗਈ ਨਾ। ਬਿਲਕੁਲ ਜੀ। ਉਹਨਾਂ ਨੇ ਬੱਚਾ ਕਿੱਥੇ ਭੇਜਣਾ ਤੇ ਉਹੀ ਤੁਹਾਡੇ ਸੈਂਟਰ ਹੈ। देयर इज अ प्रॉब्लम सर आई एम प्रॉब्लम नॉट गेटिंग यू। सर प्रॉब्लम सिर्फ इक्को है कि गवर्नमेंट ने अपना क्या जी सेंटर खोलना ਵੀ ਵੈਲਕਮ ਦਾ ਮੂਵ ਕਿ ਡੈਫੀਨੇਟਲੀ ਇਹਦੇ ਨਾਲ ਇੱਕ ਗਰੀਬ ਬੰਦੇ ਨੂੰ ਜਿਹਨੂੰ ਲੱਗਦਾ ਕਿ ਫੀਸ ਜ਼ਿਆਦਾ ਉਹ ਬੱਚਾ ਉੱਥੇ ਪੜ੍ਹ ਸਕਦਾ ਔਰ ਉਹਨੂੰ ਉਹ ਮੌਕਾ ਮਿਲਣਾ ਚਾਹੀਦਾ ਕਿਉਂਕਿ ਬੱਚੇ ਦਾ ਭਵਿੱਖ ਇੰਪੋਰਟੈਂਟ। ਸਾਡਾ ਸਿਰਫ ਇੱਕ ਮੋਟਿਵ ਹੈ ਕਿ ਸਾਨੂੰ ਇੱਕ ਨਵੀਂ ਗਾਈਡਲਾਈਨ ਦੇ ਵਿੱਚ ਫਸਾਇਆ ਗਿਆ ਕਿ ਆਪਾਂ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਦਵਾਂਗੇ। ਉਹਨਾਂ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਹੈ ਉਹਦੇ ਨਾਲ ਕਿਤੇ ਨਾ ਕਿਤੇ ਸਲਾਹ ਹੋਣੀ ਚਾਹੀਦੀ ਹੈ। ਉਹਨੂੰ ਇੱਕ ਜਨਰਲ ਪਬਲਿਕ ਚ ਵੀ ਦੇਣ ਕਿ ਥੀਸ ਆਰ ਦਾ ਸਟੈਂਡਰਡ ਆਪਾਂ ਆਪਰੇਟਿੰਗ ਪ੍ਰੋਸੀਜਰ ਐਪਲੀਕੇਬਲ ਕਰਨ ਲੱਗੇ ਆ। ਇੰਡਸਟਰੀਅਲ ਰਿਪਰੈਜ਼ੈਂਟੇਟਿਵ ਪਲੱਸ ਪਬਲਿਕ ਇਹਦੇ ਤੇ ਕਮੈਂਟ ਕਰੇ, ਜੇ ਪਬਲਿਕ ਨੂੰ ਉਹ ਚੰਗੇ ਲੱਗਦੇ ਉਹਨੂੰ ਅਡਾਪਟ ਕਰਨ। ਇੱਕ ਇੰਡਸਟਰੀਅਲ ਰਿਪਰੈਜ਼ੈਂਟੇਟਿਵ ਜੇ ਤੁਸੀਂ 10 ਚੀਜ਼ਾਂ ਲਿਖੀਆਂ ਅਸੀਂ ਤੁਹਾਨੂੰ 6 ਸਲਾਹਾਂ ਦਿੱਤੀਆਂ ਤੁਹਾਨੂੰ 2 ਚੰਗੀਆਂ ਲੱਗਦੀਆਂ 2 ਹੀ ਮੰਨ ਲਓ, ਬਟ ਇਹ ਕੋਈ ਕਾਨੂੰਨ ਨਹੀਂ ਹੈ ਕਿ ਤੁਸੀਂ ਜਿਹੜੇ ਕਿ ਐਗਜ਼ਿਸਟਿੰਗ ਬਿਜ਼ਨਸਮੈਨ ਹੈ ਉਹਨਾਂ ਨੂੰ ਦੱਸੇ ਬਗੈਰ ਇੱਕ ਪਾਲਿਸੀ ਲਿਆਂਦੇ ਕਿ ਬੱਚੇ ਦੀ ਤੁਸੀਂ ਤਿਆਰੀ ਕਰਵਾਈ ਹੁਣ ਕਿੱਥੇ ਕਰੋਗੇ। ਸੈਕੰਡਲੀ ਸਰ ਆਇਲ ਸੈਂਟਰ ਜਿਹੜੇ ਕਿ ਕਲਾਸਰੂਮ 'ਚ ਹਾਰਡਲੀ 30-32 ਬੱਚਿਆਂ ਦੀ ਜਗ੍ਹਾ ਹੁੰਦੀ ਹੈ ਉਹਦੀ ਜਗ੍ਹਾ ਤੇ ਆਪਾਂ 15 ਬੱਚੇ ਵੀ ਪੜ੍ਹਾ ਸਕਦੇ ਹਾਂ। 50% ਕੈਪੈਸਿਟੀ ਕਰ ਯੈਸ ਸਰ। ਜਸਟ ਲੁੱਕ ਐਟ ਦਾ ਸਿਨੈਰੀਓ ਕਿ ਇੱਕ ਮਲਟੀਪਲੈਕਸ ਜਿਹਦਾ ਕਿ ਇੱਕ ਮੇਨ ਸੋਰਸ ਹੈ ਸਿਨੇਮਾ ਦਾ ਐਂਟਰਟੇਨਮੈਂਟ, ਉੱਥੇ ਤੁਸੀਂ 200 ਬੰਦਿਆਂ ਦੀ ਜਗ੍ਹਾ 100 ਬੰਦਿਆਂ ਨੂੰ ਪਰਮਿਸ਼ਨ ਦੇ ਦਿੱਤੀ ਤੇ ਇੱਕ ਕਲਾਸਰੂਮ 'ਚ ਕੀ 15 ਬੱਚੇ ਬਹਿ ਕੇ ਇੱਕ ਲੀਗਲੀ ਤਰੀਕੇ ਨਾਲ ਨਹੀਂ ਪੜ੍ਹ ਸਕਦੇ। ਸੋ ਕੀ ਇੱਕ ਐਜੂਕੇਸ਼ਨ ਜ਼ਰੂਰੀ ਹੈ ਜਾਂ ਐਂਟਰਟੇਨਮੈਂਟ। ਇੱਕ ਰੈਸਟੋਰੈਂਟ ਨੂੰ ਪਰਮਿਸ਼ਨ ਦੇ ਦਿੱਤੀ ਗਈ, ਇੱਕ 100% ਚੱਲਦੇ ਪਏ ਆ ਤੇ ਸਿਰਫ ਇੱਕ ਪੜ੍ਹਾਈ ਜਿਹੜੀ ਕਿ ਇੱਕ ਬੱਚੇ ਦਾ ਭਵਿੱਖ ਬਣਾਉਂਦੀ ਹੈ ਉਹਨੂੰ ਆਪਾਂ ਕੰਟਰੋਲ ਕਰਤਾ ਆਨਲਾਈਨ ਤੇ। ਸਰ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਰੂਲ ਦੂਜਿਆਂ ਦੇ ਲਾਗੂ ਹੁੰਦੇ ਨੇ ਪੰਜਾਬ ਸਰਕਾਰ ਕਰਦੀ ਅਗਰ ਉਹ ਤੁਹਾਡੇ ਤੇ ਲਾਗੂ ਹੁੰਦੇ ਨੇ ਤੁਸੀਂ ਉਹਨਾਂ ਦੀ ਪਾਲਣਾ ਕਰੋਗੇ? ਸਰ ਐਬਸੋਲਿਊਟਲੀ ਕਰਾਂਗੇ। ਉਹਨਾਂ ਦੀ ਪਾਲਣਾ ਕਰਦੇ ਹੋਏ ਵੀ ਅੱਜ ਅਸੀਂ ਸਾਰੇ ਸੈਂਟਰ ਬੰਦ ਕਰਕੇ ਇੱਥੇ ਬੈਠੇ ਆ ਕਿਉਂਕਿ ਸਾਡੇ ਸੈਂਟਰਾਂ 'ਚ ਕੰਮ ਹੀ ਨਹੀਂ ਹੈ। ਅਸੀਂ ਜੇ ਸੈਂਟਰ ਹੀ ਨਹੀਂ ਜਾ ਸਕਦੇ ਅਸੀਂ ਇੱਥੇ ਤੁਹਾਡੇ ਕੋਲ ਰਿਕੁਐਸਟ ਕਰਦੇ ਪਏ ਆ ਜੀ ਸਾਨੂੰ ਮੌਕਾ ਦਿਓ ਕਿਉਂਕਿ ਸਾਡੇ ਕੋਲ ਕੰਮ ਨਹੀਂ ਹੈ। ਦੂਸਰਾ ਸਰ ਗਵਰਨਮੈਂਟ ਨੇ ਇਸ਼ੂ ਕੀਤਾ ਪਹਿਲੋਂ ਜਦੋਂ ਸਾਡੇ ਸੈਂਟਰ ਖੋਲੇ ਕਿ ਤੁਸੀਂ ਸਟਾਫ 100% ਵੈਕਸੀਨੇਟ ਕਰਾਓ, ਸਟਾਫ 100% ਵੈਕਸੀਨੇਟ ਹੋਇਆ। ਫਿਰ ਇਸ਼ੂ ਆਇਆ ਕਿ ਜਿਹੜਾ ਬੱਚਾ ਪੜ੍ਹੇਗਾ ਉਹ 100% ਵੈਕਸੀਨੇਟਿਡ ਹੋਵੇ, ਅਸੀਂ ਉਹ ਵੀ ਕਰਵਾਇਆ ਸੀ। ਹੁਣ ਜਦੋਂ ਵੈਕਸੀਨੇਸ਼ਨ ਹੋ ਗਈ ਜਦੋਂ ਸਾਨੂੰ SOP ਦੇ ਨਾਲ ਸੈਨੀਟਾਈਜ਼ 2 ਟਾਈਮਸ ਕਰਨ ਦਾ ਆਰਡਰ ਮਿਲਿਆ ਉਹ ਵੀ ਕਰਨ ਨੂੰ ਤਿਆਰ ਆ। ਤੇ ਸਰ ਇੱਕ ਜਿਹੜਾ ਇੱਕ ਟੀਚਰ ਜਾਂ ਇੱਕ ਬੱਚਾ ਜੇ ਅੱਜ ਸਾਨੂੰ ਸਰਕਾਰ ਕਹਿੰਦੀ ਹੈ ਕਿ ਤੁਸੀਂ ਬੱਚੇ ਤੋਂ ਸਰਟੀਫਿਕੇਟ ਲਓ ਅਸੀਂ ਉਹਦਾ ਤਿਆਰ ਆ, ਪੇਰੈਂਟਸ ਦੀ ਕੰਸੈਂਟ ਕਹਿੰਦੀ ਹੈ ਅਸੀਂ ਉਹ ਵੀ ਲੈਣ ਨੂੰ ਤਿਆਰ ਆ, ਬਟ ਸਾਨੂੰ ਆਪਣਾ ਸੈਂਟਰ ਖੋਲ ਕੇ ਬੱਚਿਆਂ ਨੂੰ ਪੜ੍ਹਾਉਣ ਦਾ ਮੌਕਾ ਦੇ ਦਿੱਤਾ ਜਾਏ ਕਿ ਸਾਡੀ ਜ਼ੁਬਾਨ ਬੰਦ ਕਰਕੇ ਸਾਨੂੰ ਸਿਰਫ ਇਹ ਕਿਹਾ ਜਾਏਗਾ ਕਿ ਤੁਸੀਂ ਘਰ ਬਹਿ ਜਾਓ। ਸਰ ਸਟਾਫ ਨੂੰ ਜਵਾਬ ਦੇਣ ਜੋਗੇ ਅਸੀਂ ਨਹੀਂ ਆ। ਅੱਜ 21 ਮਹੀਨੇ ਹੋ ਗਏ ਕੋਵਿਡ ਚੱਲਦੇ, ਪਿਛਲਾ ਰਿਕਾਰਡ ਦੇਖੋ ਤੇ 10 ਮਹੀਨਿਆਂ ਤੋਂ ਵੱਧ ਆਇਲ ਸੈਂਟਰ ਬੰਦ ਕਰ ਦਿੱਤੇ ਗਏ। ਸਰ ਨਾ ਕੋਈ ਰੈਂਟਲ ਸਪੋਰਟ ਨਾ ਕਿਸੇ EMPLOYEE ਨੂੰ ਸਪੋਰਟ ਐਂਡ ਵਟ ਇਜ਼ ਦਾ ਬੈਨੀਫਿਟ ਕਿ ਸਟੂਡੈਂਟ ਦਾ ਕੀ ਬਣੇਗਾ। ਸਰ ਉਹਦਾ ਅਲਟੀਮੇਟਲੀ ਇੱਕ ਪਿੱਛੇ ਸਰਵੇ ਆਇਆ ਸੀ ਕਿ ਸਕੂਲ ਨਹੀਂ ਚੱਲਦੇ ਪਏ ਬੱਚਿਆਂ ਦੀ ਲਿਖਣਾ ਤੱਕ ਭੁੱਲ ਗਿਆ। ਇੱਕ 4 ਇੰਚ ਦੀ ਸਕਰੀਨ ਦੇ ਉੱਤੇ ਇੱਕ ਆਇਲਸ ਦਾ ਬੱਚਾ ਪੜ੍ਹ ਸਕਦਾ। ਸਾਡੇ ਸਾਰੇ ਬੱਚੇ ਰੂਰਲ ਏਰੀਆਜ਼ ਤੋਂ ਮੇਜਰਲੀ 70% ਆਉਂਦੇ ਆ ਕਿ ਉਹ ਪੇਰੈਂਟਸ ਦਾ ਫੋਨ ਫੜਨਗੇ। ਗਵਰਨਮੈਂਟ ਨੇ ਇੱਕ ਵੀ ਇੰਡਸਟਰੀ ਸਾਡੇ ਬੰਦਿਆਂ ਕੋਲ ਰਿਪਰੈਜ਼ੈਂਟੇਟਿਵ ਦੀ ਸਲਾਹ ਨਹੀਂ ਲਿੱਤੀ ਔਰ ਇੱਕ ਆਪਣਾ ਆਰਡਰ ਬਣਾ ਕੇ ਬੰਦ ਕਰ ਦਿੱਤਾ। ਸਾਡੀ ਸਰਕਾਰ ਨੂੰ ਇੱਕ ਅਪੀਲ ਹੈ, ਰਿਕੁਐਸਟ ਹੈ, ਐਡਮਿਨਿਸਟ੍ਰੇਸ਼ਨ ਨੂੰ ਰਿਕੁਐਸਟ ਹੈ ਕਿ ਕਾਈਂਡਲੀ ਬੱਚਿਆਂ ਦਾ ਭਵਿੱਖ ਦੇਖਦੇ ਹੋਏ ਉਹਨਾਂ ਦੇ ਪੇਪਰਾਂ ਦੀ ਡੇਟ ਸ਼ੀਟ ਵੇਚਦੇ ਹੋਏ ਜਿਹੜੀ ਕਿ ਮੈਂ ਨਹੀਂ ਬਣਾਈ ਸਰ IDP ਨੇ ਬਣਾਈ ਹੈ, ਤੁਸੀਂ ਦੇਖ ਸਕਦੇ ਹੋ ਕਿ 15 ਨੂੰ ਵੀ ਪੇਪਰ ਹੈ। ਸਕੂਲ ਕਾਲਜਾਂ ਦੇ ਨਾਲ ਤੁਹਾਨੂੰ ਰੱਖਿਆ ਜਾਂਦਾ ਉਹ ਬੰਦ ਤਾਂ ਤੁਸੀਂ ਵੀ ਬੰਦ ਬਿਲਕੁਲ ਸਾਨੂੰ ਉਸ ਕੈਟਾਗਰੀ ਤੋਂ ਪਾਸੇ ਰੱਖਿਆ ਜੀ। ਸਰ ਪਿਛਲੇ 2 ਸਾਲਾਂ 'ਚ ਜੋ ਕਰੋਨਾ 'ਚ ਸਾਡੀ ਇੰਡਸਟਰੀ ਦਾ ਹਾਲ ਹੋਇਆ ਸਾਰਾ ਕੁਝ ਮਤਲਬ ਜਿਹੜਾ ਹੈਗਾ ਤੁਸੀਂ ਇੰਪਲੀਮੈਂਟ ਕਰ ਰਹੇ ਹੋ ਆਪਣੇ ਉਹਦੇ ਉੱਤੇ, ਫਿਰ ਵੀ ਸਰਕਾਰ ਤੁਹਾਡੀ ਨਹੀਂ ਸੁਣਦੀ ਤੇ ਤੁਸੀਂ ਹੁਣ ਸਰਕਾਰ ਨੂੰ ਇਸ ਬਾਰੇ ਕੀ ਕਹਿਣਾ ਚਾਹੋਗੇ? ਅਗਾਂਹ ਤੁਹਾਡਾ ਕੀ ਕਦਮ ਹੋਏਗਾ? ਸਰ ਦੇਖੋ ਮੈਂ ਅੰਮ੍ਰਿਤਸਰ ਤੋਂ ਆਇਆ ਜੀ, ਅਸੀਂ ਆਪਣੇ ਡਿਸਟ੍ਰਿਕਟ ਮੈਜਿਸਟ੍ਰੇਟ ਸਾਹਿਬ ਨੂੰ ਵੀ ਲੋਕਲ ਪੋਲੀਟੀਸ਼ੀਅਨਸ ਨੂੰ ਵੀ ਸਭ ਨੂੰ ਕਿਹਾ ਜੀ ਸਾਨੂੰ ਕਾਈਂਡਲੀ ਮੌਕਾ ਦੇਵਣ। ਜੇ ਉਹ ਸਾਨੂੰ ਮੌਕਾ ਨਹੀਂ ਦਿੰਦੇ ਤੇ ਫਿਰ 2 ਦਿਨਾਂ ਦੇ ਵਿੱਚ ਅਸੀਂ ਆਪਣੇ ਦਫ਼ਤਰਾਂ ਦਾ ਤਾਲਾ ਲਾ ਕੇ ਚਾਬੀ DC ਸਾਹਿਬ ਨੂੰ ਫੜਾਵਾਂਗੇ ਕਿ ਅਸੀਂ ਬਰਬਾਦ ਹੁੰਦੇ ਪਿਆ। ਰੈਂਟ ਵੀ ਤੁਸੀਂ ਦਿਓ, ਸਾਡੇ EMPLOYEE ਦੀ ਵੀ ਸੈਲਰੀ ਦੇ ਦਿਓ ਔਰ ਜਿਹੜੇ ਬੱਚਿਆਂ ਦੇ ਪੇਰੈਂਟਸ ਦੇ ਤੇ ਬੱਚਿਆਂ ਦੇ ਫੋਨ ਆਉਂਦੇ ਜਵਾਬ ਤੁਸੀਂ ਉਹਨਾਂ ਨੂੰ ਦਿਓ। ਅਸੀਂ ਨਹੀਂ ਦੇ ਸਕਦੇ
ਕਿਉਂਕਿ ਜੇ ਤੁਸੀਂ ਸਾਨੂੰ ਸੈਂਟਰ ਖੋਲਣ ਦਾ ਮੌਕਾ ਹੀ ਨਹੀਂ ਦੇਣਾ ਤੇ ਸਰ ਅਸੀਂ ਬੱਚਿਆਂ ਦੇ ਪੇਰੈਂਟਸ ਜਿਹੜੇ ਪੁੱਛਦੇ ਆ ਕਿ ਕਦੋਂ ਸੈਂਟਰ ਖੁੱਲ੍ਹਣਾ ਉਹਨੂੰ ਕੀ ਜਵਾਬ ਦਈਏ। ਅਲਟੀਮੇਟਲੀ ਤੁਹਾਡਾ ਕਹਿਣ ਦਾ ਭਾਵ ਇਹ ਹੈ ਸਰ, ਤੁਸੀਂ ਆਉਣ ਵਾਲੇ ਟਾਈਮ 'ਚ ਡੀਸੀ ਸਾਹਿਬ ਨੂੰ ਜਾਂ ਅਥਾਰਟੀ ਜਿਹੜੀ ਹੈਗੀ ਹੈ ਸਰ ਸਰਕਾਰ ਦੀ ਆਲਰੇਡੀ ਬਾਕੀ ਦੂਜੇ ਜਿਹੜੇ ਆਪਣਾ ਮਲੇਰਕੋਟਲਾ ਤੇ ਮੁਕਤਸਰ ਸਾਹਿਬ ਖੁੱਲ ਚੁੱਕੇ ਆ। ਡੀ ਸਾਹਿਬ ਨੇ ਆਰਡਰ ਦੇ ਦਿੱਤੇ ਇਹਨਾਂ ਨੂੰ ਵੀ ਇਹ ਖੁੱਲ ਜਾਣ। ਕੱਲ ਰਾਤ ਡੀ ਸਾਹਿਬ ਨੇ ਆਪਣਾ ਮੁਕਤਸਰ ਸਾਹਿਬ ਤੋਂ ਦਿੱਤਾ ਤੇ ਪਹਿਲਾਂ ਪਿਛਲੇ ਹਫਤੇ ਮਲੇਰਕੋਟਲੇ ਤੋਂ ਖੋਲ ਦਿੱਤੇ ਗਏ। ਸਰ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਜੀ। ਯੂਨਾਈਟਿਡ ਫਰੰਟ ਵੋਟਾਂ ਆ ਰਹੀਆਂ ਹੈਗੀਆਂ, ਅਗਲੀ ਰਣਨੀਤੀ ਕੀ ਹੋਏਗੀ ਜੇ ਨਹੀਂ ਖੋਲਦੀ ਤਾਂ? ਸਰ ਅਸੀਂ ਬਹੁਤ ਸਫਰ ਕਰ ਚੁੱਕੇ ਹਾਂ। ਜੇ ਸਾਡੀ ਇੰਡਸਟਰੀ ਨੂੰ ਹੋਰ ਸਫਰ ਕਰਨਾ ਪਏਗਾ, ਇੱਕ ਅਲਟੀਰੀਅਨ ਤੇ ਹਿਡਨ ਮੋਟਿਵਸ ਦੇ ਵਿੱਚ ਸਪਰੈਸ ਕੀਤਾ ਜਾਏਗਾ ਤੇ ਸਰਕਾਰ ਨੂੰ ਉਹਦਾ ਪੂਰਾ ਖਮਿਆਜਾ ਭਰਨਾ ਪਏਗਾ। ਸਰ ਅਸੀਂ, ਸਾਡੇ EMPLOYEES ਐਂਡ ਈਵਨ ਬਹੁਤ ਵੱਡਾ ਸਟੂਡੈਂਟ ਜਿਹੜਾ ਸਾਡੇ ਨਾਲ ਜੁੜਿਆ, ਉਹਨਾਂ 'ਚ ਬਹੁਤ ਰੋਸ਼ ਹੈ ਔਰ ਉਹ ਰੋਸ਼ 100% ਇਹਨਾਂ ਦੀ ਨੈਗੇਟਿਵਿਟੀ 'ਚ ਜਾਏਗਾ। ਐਂਡ ਸਰ ਇਲੈਕਸ਼ਨ ਨੇੜੇ ਹੈ ਸਰ ਮੈਂ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਫੜੇਗਾ ਹੀ ਉਹਦੀ ਬਾਂਹ ਹਾਂਜੀ। ਪਿਛਲੇ 2 ਸਾਲਾਂ ਵਿੱਚ ਜੋ ਸਾਡਾ ਹਾਲ ਹੋਇਆ, ਸਾਡੀ ਇੰਡਸਟਰੀ ਦਾ ਜੋ ਬੁਰਾ ਹਾਲ ਹੋਇਆ, ਕਿਸੇ ਨੇ ਸਾਡੇ ਢਿੱਡ ਦੀ ਦਰਦ ਨਹੀਂ ਸੁਣੀ, ਨਾ ਕਿਸੇ ਨੇ ਦੇਖੀ ਆ। ਪਿਛਲੇ 2 ਸਾਲਾਂ ਤੋਂ ਅਸੀਂ ਆਪਣੇ EMPLOYEES ਨੂੰ ਸੈਲਰੀਜ਼ ਵੀ ਦੇ ਰਹੇ ਹਾਂ, ਅਸੀਂ ਰੈਂਟ ਵੀ ਪੇ ਕਰ ਰਹੇ ਹਾਂ, ਅਸੀਂ ਟੈਕਸ ਵੀ ਪੇ ਕਰ ਰਹੇ ਹਾਂ, ਅਸੀਂ ਗਵਰਨਮੈਂਟ ਨੂੰ ਵੀ ਆਪਣੇ ਲਾਇਸੈਂਸ ਦੀਆਂ ਫੀਸਾਂ ਦੇ ਰਹੇ ਹਾਂ। ਗਵਰਨਮੈਂਟ ਸਾਡੇ ਲਈ ਕੀ ਕੀਤਾ? ਕੁਝ ਨਹੀਂ ਕੀਤਾ। ਅਸੀਂ ਗਵਰਨਮੈਂਟ ਤੋਂ ਕੁਝ ਨਹੀਂ ਮੰਗਦੇ, ਨਾ ਕੋਈ ਕੰਪਨਸੇਸ਼ਨ ਮੰਗਦੇ ਆ। ਅਸੀਂ ਸਿਰਫ ਇਹ ਰਿਕੁਐਸਟ ਕਰਦੇ ਆ ਵੀ ਸਾਨੂੰ ਸਾਡੇ ਸੈਂਟਰ ਖੋਲਣ ਦੀ ਇਜਾਜ਼ਤ ਦਿੱਤੀ ਜਾਵੇ। ਜੋ ਵੀ ਤੁਹਾਡੀਆਂ ਗਾਈਡਲਾਈਨਸ ਹੋਣਗੀਆਂ ਅਸੀਂ ਉਹ ਉਹਨੂੰ ਪੂਰੀਆਂ ਕਰਾਂਗੇ। ਠੀਕ ਹੈ ਸਰ। ਸਾਨੂੰ ਸਿਰਫ ਸੈਂਟਰ ਖੋਲਣ ਦੀ ਇਜਾਜ਼ਤ ਦੇ ਦਿੱਤੀ ਜਾਵੇ। ਨਹੀਂ ਤਾਂ ਅਸੀਂ ਫਿਰ ਇਹ ਆਪਣਾ ਇੱਕ ਸਲੋਗਨ ਰੱਖਿਆ ਹੋਇਆ ਹੈ, ਨੋ ਵਰਕ ਨੋ ਵੋਟ। ਨੋ ਵਰਕ ਨੋ ਵੋਟ। ਇਹ ਸਾਡਾ ਜਿਹੜਾ ਯੂਨਾਈਟਿਡ ਫਰੰਟ ਦਾ ਇਹ ਅੱਗੇ ਜੇ ਸਾਨੂੰ ਸਰਕਾਰ ਨਾ ਕੰਮ ਖੋਲ੍ਹਣ ਦੇਊਗੀ, ਆਇਲਸ ਸੈਂਟਰ ਨਹੀਂ ਖੋਲ੍ਹਣ ਦੇਊਗੀ ਤਾਂ ਅਸੀਂ ਸਾਰਾ ਨਾਰਾ ਇਹ ਯੂਨਾਈਟਿਡ ਫਰੰਟ ਦੇ ਪੂਰੀ ਟੀਮ ਨੂੰ ਬੁਲਾ ਕੇ ਸਾਰੇ ਇੱਕ ਮਿੰਟ ਰਹਿੰਦੇ ਹਲੇ ਲੋਕ। ਨੋ ਵਰਕ ਨੋ ਵੋਟ ਜਿਹੜਾ ਹੈਗਾ ਇਹ ਏਜੰਡੇ ਤੇ ਅੱਗੇ ਚੱਲਾਂਗੇ। ਠੀਕ ਹੈ।